बेशुमार अथाह अगणित अतुल्य ज्यों बुलावो त्यों नानक दास बोलै। जो हमरी बिद होती मेरे सतगुरा सा बिद तुम हर जानो आपे। हम रुलते फिरते कोई बात ना पूछता गुर सतगुर संग कीरे हम थापे। धन धन गुरु नानक जन केरा जित मिलिया चूकै सब सोग संतापै। वाहिगुरु जी का खालसा वाहिगुरु जी की फतेह। धन धन बाला प्रीतम गुरु हरकृष्ण साहिब सच्चे पिता तिन्हां दी पवित्र पावन चरण छो प्राप्त अस्थान गुरुद्वारा बंगला साहिब विखे जुड़ बैठे गुरु सवारे गुरुमुख सतसंगियो। साहिबा दी अपार किरपा है। धन धन चवर छतर तख्त दे मालिक जुगो जुग अटल साहिबे कुल आलम सरवरे कायनात श्री गुरु ग्रंथ साहिब सच्चे पिता पातशाह जी दी पवित्र हजूरी का आनंद माणते हुए आसा दी वार दी पावन बाणी दे शब्द कीर्तन अमृत वेले तो सजे हुए दीवाना दे अंदर आप जी ने सरवण कीते ने। बहुत सत्कारयोग सिंह साहिब ज्ञानी रणजीत सिंह जी होरा ने अज जिस शब्द की विचार सांझी करनी है उसका मूल पाठ आप जी नू सरवण कराया है। बहुत ठरमे ते ठहराव दे नाल ये शब्द आप जी नू सरवण कराया है। जिस तरह दे नाल शब्द पढ़िया गया है मैनू नहीं लगता कि इहदे विच बहुता कुछ समझाउण दी जरूरत पैवे, क्योंकि पाठ अपने आप दे विच जदों असीं सहज दे विच ठहराओ रहाओ विश्राम दे के करते हाँ तो अपने आप ही समझ पैनी शुरू हो जाती है। आओ बड़े प्यार दे नाल इस शब्द की विचार दे नाल सांझ पाइए। विचारां नाल जुड़न तो पहला मन की एकाग्रता अते टिकाओ वास्ते करो रसना पवित्र। आखो सतनाम वाहे गुरु, फिर आखो सतनाम श्री वाहे गुरु। ये पावन शब्द 162 अंग श्री गुरु ग्रंथ साहिब महाराज जी दे गुरु अमरदास महाराज जी की रसना तो उच्चारण किया होया है। शब्द का जो सिरलेख महला तीजा गुरु नानक साहिब पातशाह जी के तीसरे स्वरूप गुरु अमरदास महाराज जी का उच्चारण किया होया है। अगे है गौड़ी बैरागण। गौड़ी राग
ਮੁੱਖ ਰਾਗ ਹੈ ਤੇ ਬੈਰਾਗਣ ਇਹ ਮਿਸ਼ਰਤ ਰਾਗ ਹੈ। ਦੋ ਰਾਗਾਂ ਨੂੰ ਕੰਬਾਈਨ ਕਰਕੇ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ। ਗੌੜੀ ਦੇ ਅੰਦਰ ਕਾਫੀ ਪ੍ਰਕਾਰਾਂ ਜਿਹੜੀਆਂ ਨੇ ਗੌੜੀ ਰਾਗ ਦੀਆਂ, ਗੌੜੀ ਗਵਾਰੇਰੀ, ਜਿਸ ਤਰ੍ਹਾਂ ਗੌੜੀ ਦੀਪਕੀ, ਅਨੇਕ ਲਗਭਗ 28 ਪ੍ਰਕਾਰਾਂ ਨੇ ਗੌੜੀ ਰਾਗ ਦੇ ਅੰਦਰ, ਜੋ ਮਿਸ਼ਰਤ ਰਾਗਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਕੁਝ ਸ਼ਬਦਾਂ ਨੂੰ ਗਾਇਨ ਕਰਨ ਦੀ ਹਦਾਇਤ ਕੀਤੀ ਹੈ, ਜੋ ਰਾਗ ਲੈ ਪੱਧਤੀ ਦੇ ਨਾਲ ਸੰਬੰਧ ਰੱਖਦੇ ਨੇ। ਗੌੜੀ ਬੈਰਾਗਣ ਇੱਕ ਰਾਗ ਨਹੀਂ ਹੈ, ਦੋ ਰਾਗਾਂ ਨੂੰ ਮਿਸ਼ਰਤ ਕਰਕੇ, ਕੰਬਾਈਨ ਕਰਕੇ ਜਿਹੜਾ ਹੈ ਉਹ ਗਾਇਨ ਕਰਨ ਦੀ ਹਦਾਇਤ ਹੈ ਇਹ, ਕਿ ਇਸ ਸ਼ਬਦ ਨੂੰ ਇਹਨਾਂ ਦੋਨਾਂ ਰਾਗਾਂ ਦੇ ਵਿੱਚ ਗਾਇਨ ਕੀਤਾ ਜਾਵੇ। ਉਹ ਕੁਝ ਕੀਰਤਨੀਏ ਨੇ ਜੋ ਇਹ ਸੋਝੀ ਰੱਖਦੇ ਨੇ। ਬਹੁਤੇ ਕੀਰਤਨੀਏ ਤੇ ਅੱਜ ਕੱਲ੍ਹ ਫਿਲਮੀ ਤਰਜ਼ਾਂ ਤੇ ਹੋਰ ਗਾਣਿਆਂ ਦੇ ਉੱਪਰ ਗਾਇਨ ਕਰਨ ਦੇ ਵਿੱਚ ਆਪਣੀ ਸ਼ਾਨ ਸਮਝਣ ਲੱਗ ਪਏ ਨੇ। ਕੋਈ ਸਮਾਂ ਹੁੰਦਾ ਸੀ ਜਿਸ ਵਕਤ ਫਿਲਮਾਂ ਵਾਲੇ ਜਿਹੜੇ ਸਨ, ਜਿਨ੍ਹਾਂ ਨੂੰ ਬੰਬਈ, ਬਾਲੀਵੁੱਡ ਵਗੈਰਾ ਸ਼ਬਦਾਂ ਨਾਲ ਲੋਕੀ ਨਾਮ ਲੈਂਦੇ ਨੇ, ਉਹ ਦਰਬਾਰ ਸਾਹਿਬ ਆਉਂਦੇ ਸਨ, ਵੱਡੇ ਵੱਡੇ ਸੰਗੀਤਕਾਰ ਉੱਥੋਂ ਕੀਰਤਨ ਸਰਵਣ ਕਰਦੇ ਸਨ। ਕਈ ਵਾਰ ਤੁਸੀਂ ਸੁਣਿਆ ਹੋਵੇਗਾ ਰਾਗੀਆਂ ਜਾਂ ਐਸੇ ਲੋਕਾਂ ਦੇ ਮੁਖ ਤੋਂ, ਕੀਰਤਨੀਆਂ ਦੇ ਮੁਖ ਤੋਂ, ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਬੈਠ ਕੇ ਜਾਂ ਅੰਦਰ ਬੈਠ ਕਰਕੇ, ਤੇ ਉਹ ਕਹਿੰਦੇ ਸਨ ਕਿ ਅਸੀਂ ਇੱਥੋਂ ਸਰਵਣ ਕਰਕੇ ਤੇ ਉੱਥੇ ਜਾ ਕੇ ਤਾਨਾਂ ਤਰਜ਼ਾਂ ਜਿਹੜੀਆਂ ਨੇ ਉਹ ਬਣਾਉਂਦੇ ਹਾਂ। ਪਰ ਅੱਜ ਅਸੀਂ ਦੇਖਦੇ ਹਾਂ ਕਿ ਕੰਮ ਜਿਹੜਾ ਹੈ ਉਹ ਉਲਟਾ ਹੋਣ ਲੱਗ ਪਿਆ ਹੈ। ਖੈਰ, ਇਹਦੇ ਵਿੱਚ ਰਾਗ ਵਿਦਿਆ ਜਿਹੜੀ ਇੱਕ ਮਿਹਨਤ ਮੰਗਦੀ ਹੈ, ਇਹ ਤਪੱਸਿਆ ਹੈ, ਜਿਹਦੇ ਵਿੱਚ ਕਾਫੀ ਸਮਾਂ ਜਿਹੜਾ ਹੈ ਉਹ ਲਗਾਉਣਾ ਪੈਂਦਾ ਹੈ। ਲੈਬੱਧ, ਰਾਗਬੱਧ, ਤਾਲਬੱਧ, ਇਹ ਕੀਰਤਨ ਜਿਹੜਾ ਪਾਰੰਪਰਿਕ ਸਾਡਾ ਵਿਰਸਾ ਹੈ, ਇਸ ਨੂੰ ਸੰਭਾਲਣ ਦਾ ਯਤਨ ਵੀ ਕਰਨਾ ਚਾਹੀਦਾ ਹੈ, ਇਹਦੇ ਉੱਪਰ ਕੰਮ ਵੀ ਕਰਨ ਦੀ ਲੋੜ ਹੈ, ਤੇ ਕੀਰਤਨੀਆਂ ਨੂੰ ਖਾਸ ਕਰਕੇ ਇਹਦੇ ਉੱਪਰ ਧਿਆਨ ਦੇਣ ਦੀ ਲੋੜ ਹੈ। ਤੇ ਮੈਂ ਬੇਨਤੀ ਕਰਾਂ ਕਿ ਖਾਲੀ ਕੀਰਤਨੀਆਂ ਨੂੰ ਹੀ ਨਹੀਂ, ਸਾਨੂੰ ਸੁਣਨ ਵਾਲਿਆਂ ਨੂੰ ਵੀ ਥੋੜ੍ਹਾ ਠਰਮਾ, ਸਬਰ ਜਿਹੜਾ ਹੈ ਉਹ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਅਸੀਂ ਖੁਦ ਹੀ ਕਹਿਣ ਲੱਗ ਪੈਂਦੇ ਹਾਂ ਜੀ ਰਾਗ ਦੀ ਤੇ ਸਮਝ ਨਹੀਂ ਆਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਗਾਂ ਦੇ ਵਿੱਚ ਰਬਾਬ ਦੇ ਨਾਲ ਕੀਰਤਨ ਕੀਤਾ। ਇਹ ਸਾਡੀ ਮਰਜ਼ੀ ਹੈ ਕਿ ਸਾਨੂੰ ਸਮਝ ਨਹੀਂ ਆਈ ਤੇ ਅਸੀਂ ਸੁਣਨਾ ਹੀ ਨਹੀਂ। ਸਾਡੀ ਮਰਜ਼ੀ ਹੋਊਗੀ ਤੇ ਅਸੀਂ ਰਾਗ ਸੁਣਾਂਗੇ, ਨਹੀਂ ਮਰਜ਼ੀ ਹੋਊਗੀ ਤੇ ਨਹੀਂ ਸੁਣਾਂਗੇ ਜੀ। ਸਾਡੀ ਮਰਜ਼ੀ ਦਾ ਸਾਨੂੰ ਕੀਰਤਨ ਸੁਣਾਓ, ਨਹੀਂ, ਇਹ ਸਿੱਖ ਦਾ ਕੰਮ ਨਹੀਂ ਹੈ ਵੀ ਸਾਡੀ ਮਰਜ਼ੀ ਦੀਆਂ ਤਾਨਾਂ ਤੇ ਸਾਡੀ ਮਰਜ਼ੀ ਦੀਆਂ ਟਿਊਨਾਂ ਦੇ ਵਿੱਚ ਸਾਨੂੰ ਕੀਰਤਨ ਸੁਣਾਓ, ਅਸੀਂ ਕੀਰਤਨੀਆਂ ਨੂੰ ਕਹੀਏ। ਸਿੱਖ ਦਾ ਕੰਮ ਹੈ ਗੁਰੂ ਦੇ ਸ਼ਬਦ ਨੂੰ ਸੁਣਨਾ, ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਸੁਣਾਇਆ ਹੈ। ਜੇ ਇਸ ਤਰ੍ਹਾਂ ਸੁਣ ਲਈਏ ਐਜ਼ ਇਟ ਇਜ਼, ਜਿਸ ਤਰ੍ਹਾਂ ਪਰੰਪਰਾ ਚੱਲੀ ਆ ਰਹੀ ਹੈ ਗੁਰੂ ਸਾਹਿਬ ਜੀ ਦੇ ਵੇਲੇ ਤੋਂ, ਰਾਗਾਂ ਦੇ ਵਿੱਚ ਤੇ ਪੁਰਾਤਨ ਸਾਜ਼ਾਂ ਦੇ ਨਾਲ, ਹੁਣ ਤਾਂ ਪਰੰਪਰਾ ਮੁੱਕਦੀ ਜਾ ਰਹੀ ਹੈ, ਖਤਮ ਹੁੰਦੀ ਜਾ ਰਹੀ ਹੈ। ਸਾਨੂੰ ਸੰਗਤ ਨੂੰ ਵੀ ਇਹਦੇ ਵਾਸਤੇ ਜਿਹੜਾ ਹੈ ਉਹ ਥੋੜ੍ਹਾ ਜਿਹਾ ਉੱਦਮ ਕਰਨਾ ਪਵੇਗਾ। ਅਸੀਂ ਛੱਡ ਦਈਏ ਫਿਲਮਾਂ ਵੇਖ ਵੇਖ ਕੇ, ਸਾਡਾ ਮਨ, ਸੁਰਤੀਆਂ ਜਿਹੜੀਆਂ ਨੇ ਉੱਥੇ ਹੀ ਉਹਨਾਂ ਗਾਣਿਆਂ ਦੇ ਉੱਪਰ ਟਿਕੀਆਂ ਹੁੰਦੀਆਂ, ਉਹ ਗਾਣਿਆਂ ਦੀਆਂ ਧੁਨਾਂ ਵੱਜਦੀਆਂ ਨੇ ਕਿ ਅਸੀਂ ਨਾਲ ਨਾਲ ਸਿਰ ਹਿਲਾਉਂਦੇ ਹਾਂ। ਮਾਫ਼ ਕਰਨਾ ਮੈਨੂੰ, ਇਹ ਕਹਿਣਾ ਪੈਂਦਾ ਹੈ। ਬਹੁਤ ਸਾਰੇ ਐਸੇ ਵਣਗੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜਿਹੜੀਆਂ ਕਦੇ ਤੁਸੀਂ ਕਿੱਧਰੇ ਨਹੀਂ ਸੁਣੀਆਂ ਹੋਣਗੀਆਂ। ਜਦੋਂ ਕੀਰਤਨੀਏ ਉਹਨਾਂ ਨੂੰ ਲੈ ਕੇ ਆਉਂਦੇ ਨੇ ਸੰਗਤਾਂ ਦੇ ਸਾਹਮਣੇ, ਤਾਂ ਤੁਸੀਂ ਆਪ ਵੀ ਉਸ ਦਾ ਆਨੰਦ ਮਾਣੋਗੇ। ਕੀਰਤਨੀਏ ਅਸੀਂ ਸਾਰੇ ਹੀ ਇਸ ਬਾਣੀ ਦਾ ਜਿਹੜਾ ਹੈ ਲਾਹਾ ਜਿਹੜਾ ਹੈ ਉਹ ਖੱਟ ਸਕਦੇ ਹਾਂ, ਪ੍ਰਾਪਤ ਕਰ ਸਕਦੇ ਹਾਂ। ਖੈਰ, ਇਹ ਦੋਨਾਂ ਮਿਸ਼ਰਤ
ਰਾਗਾਂ ਦੇ ਵਿੱਚ ਗੌੜੀ ਤੇ ਬਰਾਗਣ ਦੇ ਵਿੱਚ ਇਸ ਸ਼ਬਦ ਨੂੰ ਗਾਇਨ ਕੀਤਾ ਗਿਆ ਹੈ। ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਨੇ, ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ, ਤੈਸੇ ਜਾਏ ਸਮਾਹੀ। ਰਹਾਉ, ਇਹ ਰਹਾਉ ਦੀ ਪੰਕਤੀ ਹੈ। ਬਾਬਾ ਸੰਬੋਧਨ ਹੈ ਸ਼ਬਦ, ਜਿਵੇਂ ਭਾਈ ਸ਼ਬਦ ਸੰਬੋਧਨ ਹੈ, ਬਾਬਾ ਸ਼ਬਦ ਸੰਬੋਧਨ ਹੈ। ਬਹੁਤ ਵਾਰ ਇਹ ਸ਼ਬਦ ਜਿਹੜਾ ਹੈ, ਇਹ ਜਦੋਂ ਵੀ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਹਨ ਤਾਂ ਇਹ ਸ਼ਬਦ ਜਿਹੜਾ ਹੈ ਸੰਬੋਧਨ ਰੂਪ ਦੇ ਵਿੱਚ ਵਰਤਦੇ ਨੇ। ਇਹਦਾ ਮਤਲਬ ਹੈ, ਹੇ ਭਾਈ ਤੂੰ ਐਸੇ ਭਰਮ ਚੁਕਾਹੀ। ਬੜੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ ਕਿ ਭਾਈ, ਇਹਦਾ ਮਤਲਬ ਹੈ ਕਿ ਕੋਈ ਭਰਮ ਹੈ ਬੰਦੇ ਦੇ ਮਨ ਦੇ ਵਿੱਚ, ਮਨੁੱਖ ਦੇ ਮਨ ਦੇ ਵਿੱਚ, ਜਿਸ ਨੂੰ ਗੁਰੂ ਸਾਹਿਬ ਸਾਨੂੰ ਨਿਰਦੇਸ਼ ਦੇ ਰਹੇ ਨੇ ਕਿ ਤੂੰ ਇਸ ਤਰ੍ਹਾਂ ਦੂਰ ਕਰ ਸਕਦਾ ਹੈ। ਇਸ ਤਰ੍ਹਾਂ ਤੇਰੇ ਮਨ ਦਾ ਭਰਮ ਜਿਹੜਾ ਹੈ, ਆਹ ਗੱਲ ਸਮਝ ਕੇ ਤੇਰੇ ਮਨ ਦਾ ਭਰਮ ਜਿਹੜਾ ਹੈ ਦੂਰ ਹੋ ਸਕਦਾ ਹੈ, ਮੁੱਕ ਸਕਦਾ ਹੈ। ਚੁਕਾਹੀ ਦਾ ਮਤਲਬ ਹੈ ਦੂਰ ਹੋਣਾ। ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ। ਜੋ ਵੀ ਕੋਈ ਕੁਛ ਹੋ ਰਿਹਾ ਹੈ ਸੰਸਾਰ ਦੇ ਵਿੱਚ, ਉਹ ਕੌਣ ਕਰ ਰਿਹਾ ਹੈ? ਉਹ ਬੰਦਾ ਸਮਝੇ ਕਿ ਮੈਂ ਕਰ ਰਿਹਾ ਹਾਂ। ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ। ਕੋਈ ਬੰਦਾ ਕਵੇ ਕਿ ਇਹ ਕੰਮ ਜਿਹੜਾ ਮੈਂ ਕਰ ਰਿਹਾ ਹਾਂ, ਕਹਿੰਦੇ ਨਹੀਂ, ਇਹ ਭੁਲੇਖਾ ਹੈ ਕਿ ਬੰਦਾ ਕਰ ਰਿਹਾ ਹੈ। ਜਦੋਂ ਅਸੀਂ ਤੱਤ ਤੱਕ ਪਹੁੰਚਾਂਗੇ, ਅੰਦਰ ਤੱਕ ਪਹੁੰਚਾਂਗੇ, ਸਚਾਈ ਤੱਕ ਪਹੁੰਚਾਂਗੇ, ਤੇ ਸਮਝ ਆਵੇਗੀ ਕਿ ਕਰਨ ਤੇ ਕਰਾਉਣ ਵਾਲਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੀ ਹੈ। ਐਸੇ ਭਰਮ ਚੁਕਾਹੀ। ਹੇ ਮਨੁੱਖ, ਤੂੰ ਏਦਾਂ ਆਪਣੇ ਮਨ ਦਾ ਭਰਮ ਦੂਰ ਕਰ ਸਕਦਾ ਹੈ ਕਿ ਤੂੰ ਕੋਈ ਕੁਛ ਵੀ ਨਹੀਂ ਹੈ। ਇਹਦਾ ਮਤਲਬ ਜਿਹੜਾ ਹੈ, ਇਹ ਸਮਝਣ ਦਾ ਯਤਨ ਕਰਿਓ। ਬੰਦਾ ਹਰ ਗੱਲ ਦੇ ਵਿੱਚ ਆਪਣੇ ਆਪ ਨੂੰ ਕਹਿੰਦਾ ਹੈ ਮੈਂ ਹੀ ਕਰਦਾ, ਮੈਂ ਹੀ ਕਰਾਉਂਦਾ, ਮੇਰੇ ਤੋਂ ਬਿਨਾਂ ਤਾਂ ਕੋਈ ਕਰਨ ਵਾਲਾ ਹੀ ਨਹੀਂ ਹੈ। ਕੋਈ ਚੰਗਾ ਕੰਮ ਹੋਵੇ ਤੇ ਆਂਦਾ ਮੈਂ ਕਰਦਾ ਹਾਂ, ਮੈਂ ਕਰਾਉਂਦਾ ਹਾਂ। ਕੋਈ ਮੁਨਾਫੇ ਵਾਲਾ ਹੋਵੇ, ਕੋਈ ਲਾਭ ਵਾਲਾ ਹੋਵੇ, ਕੋਈ ਸ਼ੋਭਾ ਵਾਲਾ, ਵਡਿਆਈ ਵਾਲਾ, ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋਵੇ, ਤੇ ਹਰ ਬੰਦਾ ਜਿਹੜਾ ਹੈ ਉਹ ਆਪਣੀ ਮੋਹਰ ਉਹਦੇ ਉੱਪਰ ਲਾਉਂਦਾ ਹੈ, ਮੈਂ ਕਰਦਾ ਹਾਂ, ਮੈਂ ਕਰਨ ਵਾਲਾ ਹਾਂ, ਮੈਂ ਨਾ ਹੁੰਦਾ ਤੇ ਇਹ ਹੋਣਾ ਹੀ ਨਹੀਂ ਸੀ। ਇਹ ਮੈਂ ਜਿਹੜੀ ਹੈ, ਇਹ ਹਉਮੈ ਜਿਹੜੀ ਹੈ, ਇਹ ਬੰਦੇ ਦੇ ਅੰਦਰ ਬੈਠੀ ਹੋਈ ਹੈ, ਕਰਤਾ ਭਾਵ ਬੈਠਾ ਹੋਇਆ ਹੈ। ਤੇ ਜਦੋਂ ਕੋਈ ਮਾੜਾ ਹੋ ਜਾਵੇ, ਕੋਈ ਭੈੜਾ ਕਰਮ ਹੋ ਜਾਵੇ, ਕੋਈ ਲਾਭ ਵਾਲਾ ਨਾ ਹੋਵੇ, ਫਿਰ ਉੱਥੋਂ ਆਂਦਾ ਹੈ ਇਹ ਦੂਜੇ ਨੇ ਕਰਾਇਆ ਹੈ, ਇਹਦੇ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ, ਮੈਂ ਕੁਝ ਨਹੀਂ ਕੀਤਾ ਇਹਦੇ ਵਿੱਚ। ਪਰ ਜਿਹੜਾ ਕੰਮ ਲਾਭ ਤੇ ਸ਼ੋਭਾ ਵਾਲਾ ਹੋਵੇ, ਉਹ ਆਪ ਨਾ ਵੀ ਕੀਤਾ ਹੋਵੇ, ਕੋਈ ਦੇਣਾ ਲੈਣਾ ਨਾ ਵੀ ਹੋਏ ਉਹਦੇ ਨਾਲ, ਤਾਂ ਵੀ ਕੋਸ਼ਿਸ਼ ਕਰਦਾ ਹੈ ਕਿ ਇਹਦਾ ਕ੍ਰੈਡਿਟ ਜਿਹੜਾ ਹੈ ਉਹ ਮੈਨੂੰ ਮਿਲ ਜਾਵੇ। ਇਹ ਬੰਦੇ ਦੀ ਫਿਤਰਤ ਹੈ। ਇੱਕ ਮਹਾਰਾਜ ਕਹਿੰਦੇ ਨੇ, ਇਹਦੇ ਵਿੱਚ ਜਦੋਂ ਅਸੀਂ ਆਸਾ ਦੀ ਵਾਰ ਦੇ ਸ਼ਬਦ ਪੜ੍ਹਦੇ ਹਾਂ, ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੂਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ, ਹਉ ਵਿੱਚ ਸੱਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ ਵਿੱਚ ਹੱਸੇ, ਹਉ ਵਿੱਚ ਰੋਵੇ, ਹਉ ਵਿੱਚ ਭਰੀਏ, ਹਉ ਵਿੱਚ ਧੋਵੇ, ਹਉ ਵਿੱਚ ਜਾਤੀ ਜਿਨਸੀ ਖੋਵੇ, ਹਉ ਵਿੱਚ ਮੂਰਖ, ਹਉ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਉ ਵਿੱਚ ਮਾਇਆ, ਹਉ ਵਿੱਚ ਛਾਇਆ,
हौमे कर कर जंत उपाया। हौमे बूझे तां दर सुझे, ज्ञान विहूणा कथ कथ लुझे। जे हौमे नूं समझ लवे जिहड़ी इहदे थां थां ते बैठी होई है, हर काम दे विच हर कर्म दे विच बैठी होई है, कुछ प्रतख रूप दे विच ते कुछ अप्रतख रूप दे विच, कुछ गुप्त रूप दे विच, सूक्ष्म रूप दे विच। बंदा धर्म कर्म भी करता है, उहदे विच भी हौमे लई फिरदा है कि मेरे वर्गा कोई नितनेमी नहीं, मेरे वर्गा कोई पाठ नहीं कर सकता, मेरे वर्गा कोई विचार नहीं कर सकता, मेरे वर्गा कोई कीर्तन नहीं कर सकता, मेरे वर्गी कोई सेवा नहीं कर सकता, जो मैं करता हाँ मेरे वर्गा होर कोई भी नहीं है। सूक्ष्म रूप दे विच भी मैं इन्नी बार यात्रा कर लई, इन्नी बार मैं फलानी थां ते चला गया, इन्नियां यात्रावां मेरियां हो चुकियां ने, कर चुकिया हाँ मैं, इन्ने पुण्य कर्म कीते ने, इन्ने दान कीते ने, इन्ना पैसा दिता है। थां थां दे उपर मनुख दे अंदर हौमे जिहड़ी है वो बैठी हुई है। गुरु साहब कहते ने ये बड़ा वड्डा रोग है, हौमे दीर्घ रोग है, दारू भी इस माहे। पर ऐसा ना समझना कि ਇਹਦਾ कोई दारू नहीं है, ਇਹਦੀ कोई दवाई नहीं है। दारू भी इस मां है, ਇਹਦਾ दवाई भी है, ਇਹਦੀ दारू भी है। वो की है, किरपा करे जे अपनी तां गुर का शब्द कमाहे। जे वाहिगुरु की किरपा हो जाए तो मनुख गुरु के शब्द नूं कमाउण लग पवे। जिवें जिवें गुरु हुक्म करता है, जिवें जिवें गुरु आग्ञा करता है कि इस तरह अपना जीवन जियो, इस तरह का अपना जीवन बना, अपनी हौमे नूं दूर करके आपा भाव मिटा के निमरता रख, सत संतोख का धारनी हो। जिवें जिवें गुरु का शब्द बाणी पढ़ोगे, शब्दों के विच ये सारा कुछ ही गुरु साहब जी सानू समझाउंदे ने। इस तरह जीवन जीव ज्यों ज्यों शुरू कर दिंदा है, ये शब्द की कमाई है, कमाउणा अपने जीवन दे विच। ते महाराज कहंदे ने कि भलिओ पुरशो नानक कहे सुनो जनो। कहंदे इस तरह एक संजम दुख जाहे, इस संजम दे नाल ये दुख चलिया जाता है, ये बीमारी चली जाती है। इनू बुझण तो बिना, इनू समझण तो बिना, हौमे बुझे तां दर सुझे, तां दर दी सोझी हुंदी है। वाहिगुरु दे दर दी सोझी उन्नी देर तक नहीं हुंदी जिन्नी देर तक असीं समझ ना लईए। तो पातशाह कहंदे ने कि ये जिहड़ा हर थां दे उपर मैं जिन्नी देर तक बंदा मैं करता है, जब लग मेरी मेरी करे तब लग काज एक नहीं सरे। एक भी इहदा काम नहीं सौरता। जब मेरी मेरी मिट जाए तब प्रभ काज सवारे आए। जदों मेरी मेरी मिट जाती है, करता भाव मुक जाता है अपने अंदरों, मैं करता हाँ, मैं करने वाला हाँ। ये मैं मेरी मेरी जदों मिट जाती है, वाहिगुरु इहदे जीवन का कारज सवार दिंदा है। भगत रविदास जी कहते ने जिन्नी देर तक साडे अंदर ये चीज़ सी ना, हे वाहिगुरु उन्नी देर तक तू नहीं सी साख्यात अंदर। जब हम होते तब तू ना ही, अब तू ही मैं ना ही। पर हुण वो गल नहीं रही, अब तू ही मैं ना ही, वो गल मिट गई है, वो खत्म हो गई है। वो जो बात हम तुम कश होते तिनकी बात बिलानी, वो जो बीच हम तुम कश होते तिनकी बात बिलानी। अलंकार मिल थैली हुई है ताते कनक वखानी। सोने के गहणियां नूं इकट्ठियां करके कोई सुनियारा जां कोई व्यक्ति अग दे विच पा देवे, पिंगल करके की बनता है? वो गहने जिहड़े ने बचदा की है? जिहड़े कोई गानी होवे, चैनी होवे, कोई हथ दी कड़ा होवे, कन्न दा बीबियां दा किसी भी तरह का कोई गहना होवे, तरह तरह के गहने हुंदे ने।
ਉਹਨਾਂ ਨੂੰ ਪਿਘਲਾ ਦਿਓ ਤੇ ਕੀ ਬਣ ਜਾਂਦਾ ਹੈ? ਕੀ ਬਚਦਾ ਹੈ? ਗਹਿਣੇ ਬਚਦੇ ਨੇ, ਸੋਨਾ ਹੀ ਬਚਦਾ ਹੈ ਕਿ ਸੋਨੇ ਦੇ ਗਹਿਣੇ ਨੇ ਤੇ ਸੋਨਾ ਹੀ ਹੈ। ਇਸ ਤਰ੍ਹਾਂ ਇਹਨਾਂ ਦ੍ਰਿਸ਼ਟਾਂਤਾਂ ਦੇ ਨਾਲ ਸਮਝਾਇਆ ਹੈ ਮਹਾਰਾਜ ਨੇ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ। ਅਲੰਕਾਰ ਗਹਿਣੇ ਮਿਲ ਥੈਲੀ ਹੋਈ ਹੈ। ਉਹ ਮਿਲ ਕਰਕੇ ਉਹ ਜਦੋਂ ਉਹ ਗਹਿਣਿਆਂ ਦਾ ਜਿਹੜਾ ਰੂਪ ਹੈ ਉਹ ਮਿਟ ਜਾਂਦਾ ਹੈ, ਉਹ ਕੀ ਬਚਦਾ ਹੈ? ਕਨਕ ਵਖਾਨੀ। ਕਨਕ ਵਖਾਨਿਆ ਜਾਂਦਾ ਹੈ, ਸੋਹਣਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਮੈਂ ਮੇਰੀ ਬੰਦੇ ਦੇ ਅੰਦਰੋਂ ਮਿਟ ਜਾਂਦੀ ਹੈ ਤੇ ਅੰਦਰ ਕੀ ਬਚਦਾ ਹੈ? ਉਹ ਪਰਮਾਤਮਾ ਤੇ ਪਰਮਾਤਮਾ ਦਾ ਸਵਰੂਪ ਹੀ ਹੈ। ਉਹ ਮਨੁੱਖ ਰੱਬ ਦਾ ਰੂਪ ਹੀ ਹੋ ਜਾਂਦਾ ਹੈ। ਉਹਦੇ ਵਿੱਚੋਂ ਜੇ ਮੈਂ ਮੇਰੀ ਮਿਟ ਜਾਵੇ, ਖਤਮ ਹੋ ਜਾਵੇ, ਹੰਕਾਰ ਕਰਤਾ ਭਾਵ ਮੁੱਕ ਜਾਵੇ, ਖਤਮ ਹੋ ਜਾਵੇ, ਤੇ ਪਿੱਛੇ ਇਹੀ ਕੁਝ ਬਚਦਾ ਹੈ। ਗੁਰੂ ਸਾਹਿਬ ਜੀ ਨੇ ਇਸ ਪੂਰੇ ਸ਼ਬਦ ਦੇ ਵਿੱਚ ਇਸ ਗੱਲ ਨੂੰ ਜਿਹੜਾ ਹੈ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਸਮਝਾਇਆ ਹੈ। ਤੇ ਭਗਤ ਜੀ ਕਹਿੰਦੇ ਨੇ ਕਿ ਅਬ ਤੂੰ ਹੀ ਮੈਂ ਨਾਹੀਂ। ਹੇ ਵਾਹਿਗੁਰੂ, ਹੁਣ ਤੂੰ ਹੀ ਹੈ, ਹੁਣ ਮੈਂ ਨਹੀਂ ਹਾਂ। ਮੈਂ ਮੇਰੀ ਨਹੀਂ ਰਹਿੰਦੀ ਅੰਦਰ। ਜਦੋਂ ਐਸੀ ਗੱਲ, ਐਸੇ ਤੱਤ ਦੀ ਸਮਝ ਆ ਜਾਵੇ, ਸੋਝੀ ਆ ਜਾਵੇ ਕਿ ਜੋ ਕੁਝ ਵੀ ਕਰਨ ਵਾਲਾ ਹੈ ਉਹ ਪਰਮਾਤਮਾ ਹੀ ਹੈ, ਵਾਹਿਗੁਰੂ ਹੀ ਹੈ, ਤੇ ਉਹ ਅਨੇਕ ਰੂਪ ਹੋ ਕਰਕੇ ਅਨੇਕ ਰੰਗਾਂ ਰੂਪਾਂ ਦੇ ਵਿੱਚ, ਜਾਤਾਂ ਜਨਸਾਂ ਦੇ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਇਹਨਾਂ ਮਹਾਵਾਕਾਂ ਅਨੁਸਾਰ ਆਪੇ ਹੀ ਵਰਤਣ ਵਾਲਾ, ਆਪੇ ਰਸੀਆ, ਆਪ ਰਸ, ਆਪੇ ਰਾਵਣ ਧਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਧਾਰ, ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ। ਇਹ ਗੱਲ ਇਸ ਸ਼ਬਦ ਦੇ ਰਾਹੀਂ ਸਮਝਾਈ ਹੈ। ਕਹਿੰਦੇ ਮਹਾਰਾਜ ਕਿ ਤੂੰ ਇਸ ਤਰ੍ਹਾਂ ਆਪਣੇ ਅੰਦਰੋਂ ਭਰਮ ਨੂੰ ਦੂਰ ਕਰ। ਇਹ ਮਤ ਸਮਝ ਕਿ ਤੂੰ ਕੁਝ ਕਰਨ ਵਾਲਾ ਹੈ ਜਾਂ ਕੋਈ ਮਨੁੱਖ ਦੇ ਵੱਸ ਹੈ। ਮਨੁੱਖ ਦੇ ਵੱਸ ਕੁਝ ਵੀ ਨਹੀਂ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਭਗਵਾਨ, ਜਿਸਕੇ ਦੀਏ ਰਹੇ ਅਘਾਏ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਨਾ ਹੀ ਬੰਦੇ ਦੇ ਹੱਥ ਵੱਸ ਕੁਛ ਹੈ। ਜੇ ਬੰਦੇ ਦੇ ਹੱਥ ਵੱਸ ਹੀ ਕੁਛ ਨਹੀਂ ਹੈ ਤੇ ਫਿਰ ਐਵੇਂ ਹੀ ਪਿੱਛੇ ਲੱਗੇ ਫਿਰੀਏ। ਇਹ ਪਖੰਡਵਾਦ ਜਿਹੜਾ ਹੈ ਬੜਾ ਸਾਡੇ ਸਮਾਜ ਵਿੱਚ ਚੱਲਿਆ ਹੋਇਆ ਹੈ। ਕੁਛ ਕੁ ਬੰਦਿਆਂ ਨੂੰ ਰੱਬ ਸਮਝ ਕੇ ਤੇ ਬੰਦੇ ਜਿਹੜੇ ਨੇ ਉਹ ਭੁਲੇਖਿਆਂ ਦੇ ਵਿੱਚ ਪਏ ਫਿਰਦੇ ਨੇ। ਬੰਦੇ ਦੇ ਹੱਥ ਵੱਸ ਕੁਛ ਨਹੀਂ। ਗੁਰਬਾਣੀ ਸਾਨੂੰ, ਗੁਰੂ ਦਾ ਸ਼ਬਦ ਸਾਨੂੰ ਇਹੀ ਸੋਝੀ ਪਾਉਂਦਾ ਹੈ, ਇਹੀ ਤੱਤ ਸਮਝਾਉਂਦਾ ਹੈ ਕਿ ਐਵੇਂ ਭਰਮ ਭੁਲੇਖਿਆਂ ਦੇ ਵਿੱਚ ਨਾ ਰਹੀ। ਜੋ ਕੁਝ ਵੀ ਕਰਨ ਤੇ ਕਰਾਉਣ ਵਾਲਾ ਹੈ ਉਹ ਵਾਹਿਗੁਰੂ ਮਾਲਕ ਹੀ, ਪਰਮਾਤਮਾ ਹੀ ਹੈ। ਤੇ ਸਾਹਿਬ ਕਹਿੰਦੇ ਨੇ ਕਿ ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ। ਉਹ ਸਾਰਿਆਂ ਦੇ ਵਿੱਚ ਰਮ ਰਿਹਾ ਹੈ, ਰਵਿਆ ਹੋਇਆ ਹੈ, ਸਭ ਦੇ ਵਿੱਚ ਭਰਪੂਰ ਹੈ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਲਾਲ ਮਨਕੜਾ, ਆਪੇ ਅੰਦਰ ਲਾਲ। ਇਹਨਾਂ ਦ੍ਰਿਸ਼ਟਾਂਤਾਂ ਦੇ ਰਾਹੀਂ ਇਹ ਗੱਲ ਜਿਹੜੀ ਹੈ ਸਮਝਾਈ ਹੈ। ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ 'ਚ ਗੁਰੂ ਸਾਹਿਬ ਕਹਿੰਦੇ ਨੇ ਕਿ ਜਦੋਂ ਕੋਈ ਮਨੁੱਖ ਆਪਣੇ ਅੰਦਰੋਂ ਗੁਰੂ ਦੇ ਸ਼ਬਦ ਦੇ ਨਾਲ ਤੱਤ ਦੀ ਸੋਝੀ ਪਾ ਕਰਕੇ, ਸਮਝ ਪਾ ਕਰਕੇ, ਗੁਰੂ ਗਿਆਨ ਦੇ ਨਾਲ ਆਪਣੇ ਅੰਦਰੋਂ ਭਰਮ ਨੂੰ ਦੂਰ ਕਰ ਲੈਂਦਾ ਹੈ ਤੇ ਸਮਝ ਲੈਂਦਾ ਹੈ ਕਿ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ। ਜੋ ਵੀ ਕੋਈ ਮਨੁੱਖ ਕਰ ਰਿਹਾ ਹੈ ਉਹ ਪਰਮਾਤਮਾ ਹੀ ਉਹਦੇ ਪਿੱਛੇ ਹੈ। ਕਰਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੀ ਹੈ। ਤੈਸੇ ਜਾਏ ਸਮਾਹੀ। ਇਸ ਤਰ੍ਹਾਂ ਜੀਵ ਜਿਹੜੇ ਨੇ ਉਹਦੇ ਵਿੱਚੋਂ ਪੈਦਾ ਹੁੰਦੇ ਨੇ, ਉਹਦੇ ਵਿੱਚੋਂ ਉਪਜਦੇ ਨੇ, ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਸਾਰਿਆਂ ਦਾ ਮੂਲ, ਸਾਰੇ ਜਗਤ ਦਾ, ਸਾਰੀ ਸ੍ਰਿਸ਼ਟੀ ਦਾ ਉਹ ਇੱਕ ਤੱਤ ਹੀ ਹੈ, ਉਹ ਪਰਮ ਤੱਤ ਹੀ ਹੈ।
ये पातशाह जी ने इस शब्द दियाँ रहाओ दियाँ पंक्तियां दे राही सोझी बख्शिश की कि शब्द दे पहले बंद दे विच समझाउंदे ने, जैसी धरती ऊपर मेघुला बरसत है, क्या धरती मध्य पानी नाही, जैसे धरती मध्य पानी परगासिया, बिन पग्गा वरसत फिराही। कहते जिस तरह धरती दे उपर मेघला बरसत है, मेघला मेघ नूं कहंदे ने, बदल नूं कहंदे ने, जिद्दां बदल बरसदा है, पानी बरसदा है। आ हुण मौसम शुरू हो गया है, बारिश दा, बरखा दा, सावण दा महीना आउण वाला है, मॉनसूना आ गईयां, पानी बरस रहा है, बदल बरस रहे ने। क्या धरती मध्य पानी नहीं? महाराज कहंदे ने पानी बदल बरसाउंदा है कि जमीन दे विच पानी नहीं है। धरती मध्य का मतलब जमीन दे विच, धरती दे थल्ले नहीं पानी है, उपर ही बरसदा है, बदल बरसदे ने। की लोड़ है इहदा? इहदी गहराई दे विच जावांगे ते इहदा क्वेश्चन मार्क है। इहदे उथानका दे विच, इस शब्द दी विच जो असीं विद्वानां दे कोलों पढ़दे हां, ये गुरु अमरदास महाराज जी का यह शब्द उचारण किया होया है। गुरु अमरदास पातशाह महाराज 19 वार जो हरिद्वार इधर जाते रहे ने। जदों वो गुरु की शरण, गुरु अंगद देव महाराज जी की चरण शरण दे विच नहीं सन आए, तो वो अनमतां दे दसे हुए कर्म करते सन। सनातन मत जां हिंदू मत कह लो, उहदे दसे हुए कर्म कांड करते सन, जदों गुरु की शरण विच नहीं सन आए। पर जिदन गुरु अंगद देव महाराज जी दे नाल मेल होया, भेट वारता हुई, घरों शब्द सुनिया, बीबी अमरो जी भतीज नौ उन्हां दे मुख तो शब्द नूं सुन करके, बाणी नूं सुन करके मन दे कई भरम भुलेखे जिहड़े सन वो दूर होए ते गुरु वाले बने। तुसी इतिहास सुनिया, पढ़िया भी है कई बार, कई विद्वानां दे कोलों सुनिया। गुरु अंगद देव महाराज जी की चरण शरण दे विच जा करके जो अनेकां वार तीर्थां दे इशनान, गंगा दे इशनान करके, कर्म कांड करके, देवी देवतियां दी पूजा करके, व्रत रख के भी मन नूं शांति ते सुकून नहीं सी मिलिया, वो सुकून, वो शांति गुरु अंगद देव पातशाह जी की चरण शरण दे विच जाके प्राप्त होया। बहुती वार अनमत्तां दे सिद्धांत अनुसार गए सन हरिद्वार, पर उस तो बाद जदों गए ना, जदों गुरु वाले बने, गुरु वाले बन के सेवा कमाई की, गुरु अंगद देव पातशाह जी की चरण शरण विच शब्द बाणी उपदेश कमाया, हथी सेवा की, वड्डी बजुर्गी दी अवस्था दे विच उस वेले जिहड़ा ज्ञान प्राप्त होया, उस वेले जिहड़ी सोझी प्राप्त हुई, उस कमाई की बरकत दे नाल ही वो निमाणियां दे मान, निताणियां दे ताण, नियोटियां दी ओट, नियासरियां दे आसरे बने। गुरु वाले बनन तो बाद फिर हरिद्वार गए, उन्हां अस्थानां वल, जिन्हां अस्थानां वल वो कदे कर्म कांडी रूप दे विच जांदे सन, पर अज जिहड़े ने वो उस अनुसार नहीं गए। उदों गए गुरु रामदास महाराज जी ने बाणी दे विच लिखिया, तीर्थ उद्यम सतगुरु किया, सब लोग उधरन अर्था। क्योंकि सवाल जिहड़े ने
ये बहुत ने, अज भी बड़े ने, बड़े भरम ते भुलेखे जिहड़े ने अनमत्तियां वल्लों भी पाए जाते हैं, कुछ साडे अंदर भी अज्ञानता के कारण पए हुए हैं कि जिहड़े मेरे वर्गे केवल मत्था टेकण तक सीमित रहिंदे ने, गुरबाणी नूं समझदे नहीं, पढ़दे विचारदे नहीं, उन्हां दे भरम भुलेखे किस तरह मिट सकते हैं, किस तरह दूर हो सकते हैं। शब्द नूं पढ़ के, बाणी नूं पढ़ के, विचार के ही भुलेखियां ने, भरमां ने मिटना है, उदां नहीं मिट सकते। असीं नहीं समझ सकते उन्नी देर तक। तो कई ये भी कहते होणगे कि पहलां भी जाते सी, हुण भी गए गुरु साहब, पहलां भी हरिद्वार जाते सन, उस तो जदों गुरु बन गए उदों भी गए, जिद्दां पहलां जाते सन उदां ही हुण गए होणगे, ये कहते होणगे। और अजे तक कईयां दे मनां विच ये भुलेखा है कि शायद इसे करके ही गए ने, पर नहीं, ये भुलेखा गुरु रामदास सच्चे पातशाह जी ने दूर किया कि यह दुनिया के लोगों, गुरु अमरदास महाराज गंगा दे इशनान जां हरिद्वार वल नूं इस करके नहीं गए कि उत्थे ओ इशनान की महत्ता नूं समझ के गए ने, जां कर्म कांडां की महानता नूं समझ करके गए ने, वो उत्थे इस करके गए ने कि ताकि भरम भुलेखियां दे विच जिहड़े लोग पए हुए हैं उन्हां नूं समझाया जा सके, उन्हां नूं तत्त दी गल, उन्हां नूं ज्ञान दी गल दसी जा सके कि तुस एवें भरम भुलेखियां दे विच ना पाओ। इन्हां कर्मां कांडां नूं करके सहज की प्राप्ति नहीं होनी। कर्मी सहज ना उपजे, विण सहजे सहसा ना जाए, नह जाए सहसा किते संजम, रहे कर्म कमाए सहसे जियो मलीन है, कित संजम धोता जाए, मन धोवो शब्द लागो, हर स्यों रहो चित लाए। आ समझाउण गए ने, इस करके गए ने। तीर्थ उद्यम सतगुरु किया, सब लोग उदरण अर्था। लोकां दे उधार अर्थ वास्ते, लोकां दी कल्याण वास्ते हरिद्वार गए ने। समझ आ सके, सोझी आ सके कि तन धोते मन हच्छा ना होए, तन नूं धोण नाल मन हच्छा नहीं हुंदा। मन नूं धोण वास्ते शब्द ही कारगर है, ज्ञान दे नाल ही धोता जा सकता है। इस वास्ते सतगुरु ने उद्यम किया। उत्थे जदों गए ना, इतिहास कहता है कि जेड़े पंडित सन, बड़े बड़े उथों दे कहण कहाउण वाले, वो इकट्ठे हो करके आ गए। उन्होंने एक सवाल किया, क्योंकि सतगुरां ने बाणी उचारण की। गुरु अमरदास पातशाह जी ने गुरु नानक साहिब जी की बाणी, गुरु अंगद देव महाराज जी की बाणी तो सेध लई, ते उस बाणी उपदेश के नाल अपना जीवन बनाया, उसनूं समझिया, उसनूं प्रचारण वास्ते फिर उद्यम किया। ते ये बाणी दे विचों जिहड़ा तत्त प्राप्त होया, उहनूं जान समझ करके ही ये शब्द लिखे सन कि आवो सिख सतगुरु के प्यारे हो, गावो सच्ची बाणी, बाणी तां गावो, गुरु केरी बाणियां सिर बाणी। ये बाणियां सिर बाणी है। सिर बाणी का मतलब श्रोमणी बाणी, ये सारियां बाणियां नालों श्रोमणी बाणी है। इस करके आओ इनू गावीए, पढ़ीए। ये बाणी जो जियो जाने तिस अंतर रवे हर नामा, बाणी बिरलो विचार सी जे को गुरमुख होए, ये बाणी महापुरख की निज घर वासा होए। ये वो बाणी है जो श्रोमणी बाणी है। तो गुरु रामदास महाराज जी ने लिखिया, बाणी गुरु, गुरु है बाणी विच बाणी, अमृत सारे गुर बाणी, कहे सेवक जन माने, प्रतख गुरु निस्तारे। उत्थे उन्होंने सवाल किया कि बाणी उचारण की लोड़ पई सी, जदों कि संस्कृत वर्गी महान भाषा दे विच पुरातन समय दे वेद लिखे पए ने, होर ग्रंथ लिखे पए ने, ते फिर ये बाणी लिखण दी क्यों लोड़ पई, ये बाणी दी की जरूरत पई। अजे भी कई लोग जिहड़े ने ये गल्लां
ਕਰਦੇ ਨੇ, ਪਰ ਇਹਦੇ ਪਿੱਛੇ ਇੱਕ ਬੜੀ ਵੱਡੀ ਜਿਹੜੀ ਹੈ ਉਹ ਸਤਿਗੁਰਾਂ ਦੀ ਸੋਚ ਕੰਮ ਕਰਦੀ ਹੈ। ਉਸ ਵੇਲੇ ਦਾ ਜਿਹੜਾ ਨਿਜ਼ਾਮ ਸੀ ਉਹ ਇਹ ਸੀ ਵਰਨ ਵੰਡ ਵਾਲਾ ਨਿਜ਼ਾਮ। ਇੱਕ ਤਾਂ ਸੰਸਕ੍ਰਿਤ ਦੇ ਗ੍ਰੰਥ ਵੇਦ ਆਦਿਕ ਜਾਂ ਧਰਮ ਪੁਸਤਕਾਂ ਜਿਹੜੀਆਂ ਸਨ ਤੇ ਉਸ ਭਾਸ਼ਾ ਨੂੰ ਪੜ੍ਹਨ ਦਾ ਜਿਹੜਾ ਸੀ ਉਹ ਕਿਸੇ ਨੂੰ ਵੀ ਹੱਕ ਨਹੀਂ ਸੀ। ਕੇਵਲ ਬ੍ਰਾਹਮਣ ਤੋਂ ਸਿਵਾ, ਪਹਿਲੇ ਵਰਣ ਤੋਂ ਸਿਵਾ ਹੋਰ ਬਾਕੀਆਂ ਨੂੰ ਕੋਈ ਅਧਿਕਾਰ ਨਹੀਂ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉੱਥੇ ਉਹਨਾਂ ਨੂੰ ਇਹ ਗੱਲ ਸਮਝਾਈ। ਕਹਿੰਦੇ ਨੇ ਇਤਿਹਾਸ ਇਹ ਉਥਾਨਕਾ ਦੇ ਵਜੋਂ ਲਿਖਿਆ ਹੋਇਆ ਹੈ ਕਿ ਸਤਿਗੁਰਾਂ ਨੇ ਆਖਿਆ ਕਿ ਧਰਤੀ ਦੇ ਉੱਪਰ ਬੱਦਲ ਵਰਸਦੇ ਨੇ, ਜਿਸ ਤਰ੍ਹਾਂ ਇਸ ਪੰਕਤੀ ਦੇ ਵਿੱਚ ਲਿਖਿਆ ਹੈ, ਧਰਤੀ ਦੇ ਉੱਪਰ ਬੱਦਲ ਵਰਸਦੇ ਨੇ, ਪਾਣੀ ਵਰਸਦਾ ਹੈ, ਕਿ ਜ਼ਮੀਨ ਦੇ ਵਿੱਚ ਪਾਣੀ ਨਹੀਂ ਹੈ, ਕਿ ਜ਼ਮੀਨ ਦੇ ਉੱਪਰ ਖੂਹ, ਦਰਿਆ, ਨਦੀਆਂ, ਸਮੁੰਦਰ ਨੇ, ਕਿ ਉਹ ਉਹਦੇ ਨਾਲ ਨਹੀਂ ਜਿਹੜਾ ਹੈ ਉਹ ਸੌਰਦਾ ਜੀਵਾਂ ਦਾ। ਬੱਦਲਾਂ ਨੂੰ ਵਰਸਣ ਦੀ ਕੀ ਲੋੜ ਹੈ? ਇਹ ਉਹਨਾਂ ਦੇ ਅੱਗੇ ਸਵਾਲ ਸੀ, ਉਹਨਾਂ ਦੇ ਭਰਮ ਨੂੰ ਤੋੜਨ ਵਾਸਤੇ, ਜਿਸ ਭਰਮ ਦੇ ਵਿੱਚ ਉਹ ਪਏ ਹੋਏ ਸਨ। ਉੱਥੇ ਇਤਿਹਾਸ ਲਿਖਦਾ ਹੈ ਕਿ ਸਤਿਗੁਰਾਂ ਨੇ ਬਚਨ ਕਹੇ, ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਸਾਹਿਬ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਭਾਈ ਸਤਿਗੁਰ ਬਾਣੀ ਮੇਘ ਸਮਾਨ, ਬਰਸੇ ਚੌਦਿਸ ਬਿਖੇ ਮਹਾਨ, वेद पुराण कूप जल जैसे, बरसाए कहो क्यों कैसे। वेद पुराण महाराज कहते ने ये खूह दे पानी दे समान ने। हुण बाणी दी ते उन्हां दा जिहड़ा है वो जिहड़ा विलक्षणता है वो गुरु साहब दसदे ने, इतिहासकारां ने लिखिया, साखीकारां ने लिखिया। अंतर की है? ठीक है, खूह तो भी कुछ लोग पानी पींदे ने, खूह के आस पास जेड़े रहिंदे ने, कहते ने कोई नहीं, खूह तो भी पानी पींदे ने, दरिया के कोल जेड़े ने दरिया के कोल भी पानी पींदे ने, जिथे जिथे जो कोई सोमा है पानी का उथों उथों वो पानी पींदा है, अपनी प्यास बुझाउंदा है। बट ਜਿਹੜੇ ਟਿੱਬਿਆਂ 'ਤੇ ਰਹਿੰਦੇ ਨੇ, ਜਿਹੜੀਆਂ ਉੱਚੀਆਂ ਥਾਵਾਂ 'ਤੇ ਰਹਿੰਦੇ ਨੇ, ਜਿਹੜੀਆਂ ਐਸੀਆਂ ਦੁਰਗਮ ਜਗ੍ਹਾ ਨੇ ਜਿੱਥੇ ਨਾ ਖੂਹ ਹੈ, ਨਾ ਕੋਈ ਤਲਾਬ ਹੈ, ਨਾ ਕੋਈ ਹੋਰ ਪਾਣੀ ਦਾ ਸੋਮਾ ਹੈ, ਉੱਥੇ ਪਾਣੀ ਕਿੱਦਾਂ ਜੀਵ ਪੀਂਦੇ ਨੇ? ਉੱਥੇ ਜਾ ਕੇ ਬੱਦਲ ਹੀ ਉਹਨਾਂ ਜੀਵਾਂ ਦੀ ਪਿਆਸ ਬੁਝਾਉਂਦੇ ਨੇ। ਉਹਨਾਂ ਧਰਤੀਆਂ ਦੇ ਉੱਪਰ, ਉਹਨਾਂ ਥਾਵਾਂ ਦੇ ਉੱਪਰ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ ਸਰਬਸਾਰ, ਉਹਨਾਂ ਨੂੰ ਹਰਾ ਭਰਾ ਬੱਦਲ ਹੀ ਕਰਦਾ ਹੈ। ਜਿੱਥੇ ਕਿਤੇ ਵੀ ਪਾਣੀ ਨਹੀਂ ਪਹੁੰਚਦਾ, ਬੱਦਲ ਉੱਥੇ ਪਾਣੀ ਲੈ ਜਾਂਦਾ ਹੈ। ਪਰਮਾਤਮਾ ਨੇ ਨਿਜ਼ਾਮ ਐਸਾ ਬਣਾਇਆ ਹੈ ਕਿ ਉਹੀ ਪਰਮਾਤਮਾ ਜਿਹੜਾ ਹੈ, ਹੁਣ ਇੱਥੇ ਤੱਤ ਦੀ ਗੱਲ ਆ ਗਈ ਜਿਹੜੀ ਭਰਮ ਚੁਕਾਹੀ ਵਾਲੀ, ਕਿ ਉਹੀ ਪਰਮਾਤਮਾ ਜਿਹੜਾ ਸਾਰੀਆਂ ਥਾਵਾਂ ਦੇ ਉੱਤੇ ਜਲ ਰੂਪ ਹੈ, ਉਹੀ ਫਿਰ ਮੇਘ ਰੂਪ ਹੋ ਜਾਂਦਾ ਹੈ, ਉਹੀ ਬੱਦਲ ਰੂਪ ਹੁੰਦਾ ਹੈ। ਤੇ ਬੱਦਲ ਰੂਪ ਹੋ ਕਰਕੇ ਸਭ ਪਿਆਸੇ ਜੀਵਾਂ ਦੀ ਪਿਆਸ ਬੁਝਾਉਂਦਾ ਹੈ, ਸਾਰੀਆਂ ਧਰਤੀਆਂ ਨੂੰ ਹਰਿਆ ਭਰਿਆ ਕਰਦਾ ਹੈ, ਚਾਹੇ ਉੱਚੀਆਂ ਹੋਣ, ਚਾਹੇ ਨੀਵੀਆਂ ਹੋਣ, ਚਾਹੇ ਪਹਾੜ ਹੋਣ, ਤੇ ਚਾਹੇ ਜਿੱਦਾਂ ਦੇ ਮਰਜ਼ੀ ਥਾਂ ਹੋਣ, ਚਾਹੇ ਰੇਤੀਲੀ ਜ਼ਮੀਨ ਹੋਵੇ ਤੇ ਭਾਵੇਂ ਉਹ ਜ਼ਮੀਨ ਜਿਹੜੀ ਹੈ ਜ਼ਰਖੇਜ਼ ਹੋਵੇ, ਤੇ ਭਾਵੇਂ ਉਪਜਾਊ ਹੋਵੇ, ਜਿੱਦਾਂ ਦੀ ਮਰਜ਼ੀ ਹੋਵੇ, ਪਾਣੀ ਜਿੱਥੇ ਵੀ ਬਰਸਦਾ ਹੈ, ਬੱਦਲ ਜਿੱਥੇ ਵੀ ਬਰਸਦਾ ਹੈ, ਉੱਥੋਂ ਦੀ ਜ਼ਮੀਨ ਨੂੰ ਹਰਿਆ ਭਰਿਆ ਕਰ ਦਿੰਦਾ ਹੈ, ਉਹ ਉੱਥੇ ਪਿਆਸਿਆਂ ਦੀ ਪਿਆਸ ਬੁਝਾ ਦਿੰਦਾ ਹੈ। ਵੇਦ ਪੁਰਾਣ ਕੂਪ ਜਲ ਜੈਸੇ, ਵੇਦ ਤੇ ਪੁਰਾਣ ਖੂਹ ਦੇ ਪਾਣੀ ਦੀ ਤਰ੍ਹਾਂ ਨੇ। ਸਤਿਗੁਰ ਬਾਣੀ ਮੇਘ ਸਮਾਨ, ਪਰ ਸਤਿਗੁਰੂ ਦੀ ਬਾਣੀ ਮੇਘ ਦੇ ਸਮਾਨ ਹੈ, ਬੱਦਲ ਦੇ ਸਮਾਨ ਹੈ। ਬਰਸੇ ਚੌਂਦਿਸ ਵਿਖੇ ਮਹਾਰ, ਜਿਹੜੀ ਚਾਰੇ ਤਰਫਾਂ ਦੇ ਵਿੱਚ, ਸਾਰਿਆਂ ਪਾਸਿਆਂ ਦੇ ਵਿੱਚ ਬਰਸਦੀ ਹੈ। ਬੱਦਲ ਇਹ ਨਹੀਂ ਪੁੱਛਦੇ ਕਿ ਕਿਹੜੀ ਜ਼ਮੀਨ ਜਿਹੜੀ ਹੈ ਉਹ ਬ੍ਰਾਹਮਣਾਂ ਦੀ ਹੈ, ਕਿ ਕਿਹੜੀ ਜ਼ਮੀਨ ਜੱਟ ਦੀ ਹੈ, ਕਿ ਕਿਹੜੀ ਕਿਸੇ ਗਰੀਬ ਦੀ ਹੈ, ਤੇ ਕਿਹੜੀ ਕਿਸੇ ਅਮੀਰ ਦੀ ਹੈ। ਅਮੀਰ ਗਰੀਬ ਵਰਨ ਵੰਡ ਕੁਝ ਨਹੀਂ ਵੇਖਦਾ ਬੱਦਲ। ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਵਰਨ ਵੰਡ ਕਿਸੇ ਜਾਤ ਪਾਤ ਊਚ ਨੀਚ ਨੂੰ ਨਹੀਂ ਦੇਖਦੀ। ਜਿੱਥੇ ਵੀ ਪਿਆਸ ਹੈ, ਬੱਦਲ ਦਾ ਤੇ ਕੰਮ ਉਸ ਪਿਆਸ ਨੂੰ ਬੁਝਾਉਣਾ ਹੈ, ਜਲ ਦਾ ਤੇ ਕੰਮ ਪਿਆਸ ਨੂੰ ਬੁਝਾਉਣਾ ਹੈ। ਗੁਰੂ ਬੱਦਲ ਹੈ, ਤਾਂ ਹੀ ਤੇ ਆਖਿਆ ਮਹਾਰਾਜ ਨੇ, ਬੇਨਤੀ ਵੀ ਕੀਤੀ, ਬਰਸ ਮੇਘ ਜੀ ਤਿਲ ਬਿਲਨ ਨਾ ਲਾਵੋ। ਗੁਰੂ ਰੂਪ ਹੋ ਕੇ ਬੇਨਤੀ ਕੀਤੀ ਹੈ, ਹੇ ਮੇਘ ਜੀ, ਹੇ ਗੁਰੂ ਜੀ ਬਰਸੋ, ਤਿਲ ਬਿਲਮ ਨਾ ਲਾਵੋ। ਰਾਗੀਆਂ ਨੇ, ਕੀਰਤਨੀਆਂ ਨੇ ਹੁਣ ਸ਼ਬਦ ਪੜ੍ਹਨੇ ਨਾ, ਸਾਵਣ ਦਾ ਮਹੀਨਾ ਆਰੰਭ ਹੋ ਗਿਆ ਤੇ ਇਹ ਰਾਗ ਦੇ ਵਿੱਚ, ਮਲਾਰ ਰਾਗ ਦੇ ਵਿੱਚ ਕੀਰਤਨੀਏ ਜਿਹੜੇ ਨੇ, ਪਰੰਪਰਾ ਚਲੀ ਆ ਰਹੀ ਹੈ, ਕੀਰਤਨੀਏ ਕੀਰਤਨ ਕਰਦੇ ਨੇ, ਬਰਸ ਮੇਘ ਜੀ ਤਿਲ ਬਿਲਮ ਨਾ ਲਾਵੋ, ਤਿਲ ਬਿਲਮ ਨਾ ਲਾਵੋ। ਮੇਰੀ ਸੁੱਕੀ ਪਈ ਧਰਤੀ ਦੇ ਉੱਪਰ, ਮੇਰੇ ਪਿਆਸੇ ਹੋਏ ਮਨ ਦੇ ਉੱਪਰ ਕਿਰਪਾ ਕਰਕੇ ਬਰਸੋ, ਸ਼ਬਦ ਦੀ ਉਪਦੇਸ਼ ਦੀ ਵਰਖਾ ਕਰੋ। ਬਰਸ ਪਿਆਰੇ ਮਨੇ ਸਧਾਰੇ, ਹੋਏ ਆਨੰਦ ਸਦਾ ਮਨ ਚਾਓ। ਇਹ ਪਿਆਰੇ ਵਰਖਾ ਕਰੋ, ਬਰਸ ਪਿਆਰੇ ਮਨੇ ਸਧਾਰੇ, ਮੇਰੇ ਮਨ ਨੂੰ ਧੀਰਜ ਮਿਲੇ, ਸਧਾਰੇ ਟਿਕ ਜਾਵੇ ਮੇਰਾ ਮਨ ਜਿਹੜਾ ਭਟਕ ਰਿਹਾ ਹੈ, ਭਟਕਣਾ ਵਿੱਚ ਪਿਆਰ ਹੈ। ਹੋਏ ਆਨੰਦ ਸਦਾ ਮਨ ਚਾਓ, ਮੇਰੇ ਮਨ 'ਚ ਆਨੰਦ ਹੋਵੇ, ਚਾਓ ਪੈਦਾ ਹੋਵੇ, ਖੁਸ਼ੀ ਪੈਦਾ ਹੋਵੇ। ਬਰਸ ਮੇਘ ਜੀ ਤਿਲ ਬਿਲਮ ਨਾ ਲਾਓ। ਤੋ ਇਹ ਫਰਕ ਹੈ। ਸਤਿਗੁਰੂ ਦੀ ਬਾਣੀ ਸਾਰਿਆਂ ਦੀ ਕਲਿਆਣ ਕਰਨ ਵਾਲੀ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਇਹ ਗੱਲ ਸਮਝਾਉਂਦੇ ਨੇ, ਕਹਿੰਦੇ ਨੇ ਕਿ ਜਿਸ ਤਰ੍ਹਾਂ ਧਰਤੀ ਦੇ ਉੱਪਰ ਮੇਘ ਬਰਸਦੇ ਨੇ, ਕਿਆ ਧਰਤੀ ਮੱਧੇ ਪਾਣੀ ਨਹੀਂ, ਕਿ ਜ਼ਮੀਨ ਦੇ ਵਿੱਚ ਪਾਣੀ ਨਹੀਂ ਹੈ? ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ, ਬਿਨ ਪੱਗਾਂ ਵਰਸਤ ਫਿਰਾਹੀ। ਜਿਵੇਂ ਧਰਤੀ ਦੇ ਵਿੱਚ ਪਾਣੀ ਹੈ, ਪ੍ਰਗਾਸਿਆ ਦਾ ਮਤਲਬ ਪਾਣੀ ਹੈ, ਪਾਣੀ ਧਰਤੀ ਦੇ ਵਿੱਚੋਂ ਨਿਕਲਦਾ ਹੈ, ਖੂਹ ਹੋਵੇ ਜਾਂ ਕੋਈ ਵੀ ਸਾਧਨ ਹੋਵੇ। ਤੇ ਕਹਿੰਦੇ ਨੇ ਫਿਰ ਕੀ ਹੁੰਦਾ ਹੈ ਕਿ ਅੱਜ ਧਰਤੀ ਦੇ ਉੱਪਰ ਆਕਾਸ਼ ਦੇ ਵਿੱਚ ਬਿਨਾਂ ਪੈਰਾਂ ਤੋਂ ਹੀ, ਪੱਗਾਂ ਦਾ ਮਤਲਬ ਪੈਰ, ਬਿਨ ਪੱਗਾਂ ਬਰਸਤ ਫਿਰਾਹੀ, ਬਿਨਾਂ ਪੈਰਾਂ ਤੋਂ ਹੀ ਉਹ ਪਾਣੀ ਜਿਹੜਾ ਹੈ ਉਹ ਬਰਸਦਾ ਫਿਰਦਾ ਹੈ, ਬੱਦਲ ਰੂਪ ਹੋ ਕਰਕੇ ਬਰਸਦਾ ਫਿਰਦਾ ਹੈ। ਇਹ ਤੁਸੀਂ ਜਾਣਦੇ ਹੀ ਹੋ ਕਿ ਇਹ ਇੱਕ ਕਿਸ ਤਰ੍ਹਾਂ ਦੀ ਤਕਨੀਕ ਹੈ। ਇਹ ਪਾਣੀ ਕਿਸ ਤਰ੍ਹਾਂ ਵਾਸ਼ਪੀਕਰਨ ਹੋ ਕੇ ਉਹੀ ਜਿਹੜਾ ਹੈ ਫਿਰ ਇਸ ਧਰਤੀ ਦੇ ਉੱਪਰ ਬਰਸਦਾ ਹੈ। ਤੋ ਮਹਾਰਾਜ ਕਹਿੰਦੇ ਨੇ ਕਿ ਉਹ ਆਪੇ ਹੀ ਸਾਰਿਆਂ ਰੂਪਾਂ ਦੇ ਵਿੱਚ ਭਰਪੂਰ ਹੈ, ਵਰਤਣ ਵਾਲਾ ਹੈ। ਤਤ ਦੀ ਗੱਲ ਇਹ ਹੈ, ਇਸਤਰੀ ਪੁਰਖ ਹੋਏ ਕੈ ਕਿਆ ਓਏ ਕਰਮ ਕਮਾਹੀ, ਨਾਨਾ ਰੂਪ ਸਦਾ ਹੈ ਤੇਰੇ, ਤੁਝ ਹੀ ਮਾਹੇ ਸਮਾਹੀ। ਹੇ ਵਾਹਿਗੁਰੂ, ਇਸਤਰੀ ਜਾਂ ਪੁਰਖਾਂ, ਬੰਦਿਆਂ ਜਾਂ ਇਸਤਰੀਆਂ ਦੇ ਰੂਪ ਦੇ ਵਿੱਚ ਹੋ ਕਰਕੇ ਉਹ ਕੀ ਕਰਮ ਕਰਦੇ ਨੇ? ਕਿਆ ਉਹ ਕਰਮ ਕਮਾਈ, ਭਾਵ ਕਿ ਉਹ ਕੋਈ ਆਪਣੀ ਮਰਜ਼ੀ ਦੇ ਨਾਲ ਕਰਮ ਕਰ ਸਕਦੇ ਨੇ? ਤੇਰੀ ਆਗਿਆ ਤੋਂ ਬਿਨਾਂ, ਤੇਰੀ ਰਜ਼ਾ ਤੋਂ ਬਿਨਾਂ ਕੋਈ ਕਵੇ ਕਿ ਮੈਂ ਕੁਝ ਕਰ ਲਵਾਂ, ਕੋਈ ਕਰ ਸਕਦਾ ਹੈ? ਤੇਰੀ ਆਗਿਆ ਤੋਂ ਬਿਨਾਂ, ਤੇਰੇ ਹੁਕਮ ਤੋਂ ਬਿਨਾਂ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਇਹ ਉੱਥੇ ਤੱਤ ਦੀ ਗੱਲ ਹੈ। ਇਸਤਰੀ ਪੁਰਖ ਹੋਏ ਕੈ ਕਿਆ ਓਏ ਕਰਮ ਕਮਾਹੀ, ਨਾਨਾ ਰੂਪ ਸਦਾ ਹੈ ਤੇਰੇ। ਨਾਨਾ ਦਾ ਮਤਲਬ ਅਨੇਕ ਰੂਪ, ਅਨੇਕਾਂ ਹੀ ਰੂਪ ਨੇ ਹੇ ਵਾਹਿਗੁਰੂ ਤੇਰੇ। ਇਸਤਰੀ ਪੁਰਖ ਸਭ ਤੇਰੇ ਹੀ ਰੂਪ ਨੇ। ਸਾਰਿਆਂ ਰੂਪਾਂ ਦੇ ਵਿੱਚ ਤੂੰ ਜਿਹੜਾ ਹੈ, ਇਹ ਵਿਸ ਸੰਸਾਰ ਤੁਮ ਦੇਖਤੇ ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ। ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਏ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ। ਜਦੋਂ ਗੁਰੂ ਦੀ ਕੋਲੋਂ ਦ੍ਰਿਸ਼ਟੀ ਗਿਆਨ ਮਿਲ ਜਾਵੇ ਤਾਂ ਫਿਰ ਇਹ ਗੱਲ ਦੀ ਸਮਝ ਆ ਜਾਂਦੀ ਹੈ। ਤੁਝ ਹੀ ਮਾਹੇ ਸਮਾਹੀ, ਤੇਰੇ ਤੋਂ ਹੀ ਪੈਦਾ ਹੁੰਦੇ ਨੇ, ਤੇਰੇ ਵਿੱਚ ਹੀ ਸਮਾ ਜਾਂਦੇ ਨੇ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੇ पान ही कहाएंगे। जैसे एक आग ते कनुका कोट आग उठे न्यारे न्यारे होके फिर आग में समाहेंगे, तैसे विश्व रूप ते अभूत भूत प्रगट होए ताही ते उपज सभे ताही में समाएंगे। विश्व रूप परमात्मा तो ही पैदा होंदे ने तो उहदे विच ही समा जांदे ने।
नाना रूप सदा है तेरे तुझ ही माहे समाही, इतने जन्म भूल परे से जा पाया ता भूले नाही। इतने जन्म भूल परे से, ਜਿਹੜੇ ਬੰਦੇ ਕਈ ਜਨਮਾਂ ਦੇ ਵਿੱਚ ਅਸਲ ਗਿਆਨ ਤੋਂ ਭੁੱਲੇ ਰਹੇ, ਵਾਂਝੇ ਰਹੇ, ਭਟਕਦੇ ਰਹੇ, ਅਨੇਕਾਂ ਜਨਮਾਂ ਦੇ ਵਿੱਚ, ਕਈ ਜਨਮਾਂ ਦੇ ਵਿੱਚ ਭਟਕਦੇ ਰਹੇ, ਪਰਮਾਤਮਾ ਤੋਂ ਵਿਛੜ ਕੇ ਜਾਂ ਪਾਇਆ ਤਾਂ ਭੁੱਲੇ ਨਾਹੀਂ। ਪਰ ਜਦੋਂ ਉਹਨਾਂ ਨੂੰ ਸੋਝੀ ਆ ਜਾਂਦੀ ਫਿਰ ਉਹ ਭਟਕਦੇ ਨਹੀਂ, ਫਿਰ ਭਟਕਣਾ ਤੋਂ ਬਚ ਜਾਂਦੇ ਨੇ। ਜਾਂ ਕਾ ਕਾਰਜ ਸੋਈ ਪਰ ਜਾਣੇ, ਜੇ ਗੁਰ ਕੇ ਸ਼ਬਦ ਸਮਾਹੀ। ਜਿਸ ਮਾਲਕ ਦਾ ਕੰਮ ਹੈ, ਕਾਰਜ ਹੈ, ਉਹੀ ਜਾਣਦਾ ਹੈ। ਭਾਵ ਕਿ ਇਹ ਸ੍ਰਿਸ਼ਟੀ ਰਚਨਾ, ਇਹ ਸੰਸਾਰ ਜਿਹੜਾ ਹੈ, ਇਹ ਉਹਦਾ ਕੰਮ ਹੈ, ਇਹ ਉਹਦਾ ਕਾਰਜ ਹੈ। ਜਾਂ ਕਾ ਕਾਰਜ ਸੋਈ ਪਰ ਜਾਣੇ। ਅਸੀਂ ਨਹੀਂ ਇਹਦੇ ਬਾਰੇ ਕੋਈ ਸੋਝੀ ਰੱਖ ਸਕਦੇ, ਉਹੀ ਜਾਣਦਾ ਹੈ ਜਿਹਨੇ ਇਹ ਬਣਾਇਆ ਹੈ, ਰਚਿਆ ਹੈ। ਇਹਦੇ ਬਾਰੇ ਦੇ ਵਿੱਚ ਗਿਆਨ ਸਮਝ ਵੀ ਉਸ ਪਰਮਾਤਮਾ ਨੂੰ ਹੀ ਹੈ ਜਿਸ ਨੇ ਇਹ ਪੈਦਾ ਕੀਤਾ ਹੈ। ਜੇ ਗੁਰ ਕੇ ਸ਼ਬਦ ਸਮਾਹੀ, ਜਾਂ ਕਾ ਕਾਰਜ ਸੋਈ ਪਰ ਜਾਣੇ। ਜੇ ਗੁਰ ਕੇ ਸ਼ਬਦ ਸਮਾਹੀ, ਜਿਹੜੇ ਇਸ ਗੱਲ ਨੂੰ ਸਮਝ ਲੈਂਦੇ ਨੇ, ਜਾਣ ਲੈਂਦੇ ਨੇ, ਗੁਰੂ ਦੇ ਸ਼ਬਦ ਦੇ ਦੁਆਰਾ ਉਸ ਮਾਲਕ ਦੇ ਵਿੱਚ ਉਹ ਅਭੇਦ ਹੋ ਜਾਂਦੇ ਨੇ। ਆਖਰੀ ਪੰਕਤੀਆਂ ਦੇ ਵਿੱਚ ਸਾਹਿਬ ਕਹਿੰਦੇ ਨੇ, ਤੇਰਾ ਸ਼ਬਦ ਤੂੰ ਹੈ ਆਪੇ ਭਰਮ ਕਹਾਹੀ। ਸ਼ਬਦ ਦਾ ਇੱਥੇ ਮਤਲਬ ਹੁਕਮ ਹੈ। ਤੇਰਾ ਸ਼ਬਦ ਤੂੰ ਹੈ ਆਪੇ। ਹੇ ਵਾਹਿਗੁਰੂ, ਤੇਰਾ ਹੁਕਮ, ਤੂੰ ਆਪ ਹੀ ਹੁਕਮ ਰੂਪ ਹੈ। ਤੂੰ ਹੈ ਆਪੇ, ਤੂੰ ਆਪ ਹੀ ਹੈ, ਆਪੇ ਹੁਕਮ ਵਰਤਾਉਣ ਵਾਲਾ ਹੈ, ਆਪੇ ਤੂੰ ਹੁਕਮ ਰੂਪ ਹੈ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਆਪੇ ਰਸੀਆ ਆਪ ਰਸ, ਆਪੇ ਰਾਵਣਹਾਰ। ਰਸੀਆ ਵੀ ਆਪੇ ਹੀ ਹੈ, ਮਾਨਣ ਵਾਲਾ ਵੀ, ਰਸ ਮਾਨਣ ਵਾਲਾ, ਰਸ ਵੀ ਆਪੇ ਹੀ ਹੈ, ਮੱਛੀ ਵੀ ਆਪੇ ਹੀ ਹੈ, ਮਛਲੀ ਵੀ ਆਪੇ ਹੀ ਹੈ। ਇਹ ਏਕਤਾ ਤੇ ਅਨੇਕਤਾ ਦਾ ਜਿਹੜਾ ਦ੍ਰਿਸ਼ਟਾਂਤ ਹੈ, ਉਹਦੇ ਰਾਹੀਂ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ। ਭਰਮ ਕਹਾਹੀ, ਫਿਰ ਭਰਮ ਕਿੱਥੇ ਰਹਿ ਜਾਂਦਾ ਹੈ ਜਦੋਂ ਇਸ ਗੱਲ ਦੀ ਸਮਝ ਆ ਜਾਵੇ। ਕਹਾਹੀ ਕਿੱਥੇ ਹੈ, ਭਰਮ ਕਹਾਹੀ, ਫਿਰ ਭਰਮ ਕਿੱਥੇ ਜਿਹਨੂੰ ਇਸ ਗੱਲ ਦੀ ਸਮਝ ਆ ਗਈ ਕਿ ਵਾਹਿਗੁਰੂ ਆਪੇ ਹੀ ਸਭ ਕੁਝ ਹੈ। ਜੀਵ ਵੀ ਆਪੇ ਹੀ ਹੈ ਤੇ ਜੀਵਾਂ ਤੋਂ ਵੱਖਰਾ ਵੀ ਆਪੇ ਹੀ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਬਹੁ ਰੰਗਾਂ ਦੇ ਵਿੱਚ ਵੀ ਆਪ ਹੀ ਹੈ ਤੇ ਇੱਕ ਰੰਗ ਦੇ ਵਿੱਚ ਵੀ ਉਹ ਆਪੇ ਹੀ ਹੈ। ਨਾਨਕ ਤਤ ਸਿਉ ਮਿਲਿਆ, ਪੁਨਰਪ ਜਨਮ ਨਾ ਆਹੀ। ਹੇ ਨਾਨਕ ਆਖ। ਦੀਨ ਦੁਨੀਆ ਦੇ ਮਾਲਕ ਦੀ ਮੋਹਰ ਲਾ ਕੇ ਗੁਰੂ ਅਮਰਦਾਸ ਮਹਾਰਾਜ ਸਾਨੂੰ ਸਮਝਾਉਂਦੇ ਹਨ, ਤਤ ਸਿਉ ਮਿਲਿਆ। ਜਦੋਂ ਤਤ ਦੇ ਨਾਲ ਤਤ ਮਿਲ ਜਾਂਦਾ ਹੈ, ਪਰਮ ਤਤ ਦੇ ਨਾਲ ਜੀਵ ਤਤ ਦੀ ਅਭੇਦਤਾ ਹੋ ਜਾਂਦੀ ਹੈ। ਪੁਨਰਪ ਜਨਮ ਨਾ ਆਹੀ, ਫਿਰ ਮਨੁੱਖ ਮੁੜ ਜਨਮਾਂ ਦੇ ਵਿੱਚ ਨਹੀਂ ਆਉਂਦਾ। ਪੁਨਰਪ ਦਾ ਮਤਲਬ ਮੁੜ ਕੇ, ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦਾ, ਭਟਕਣਾ ਤੋਂ, ਭਰਮ ਤੋਂ ਰਹਿਤ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਜੀ ਨੇ ਸਾਨੂੰ ਇਹੀ ਸਮਝਾਇਆ ਹੈ ਕਿ ਮਾਲਕ ਵਾਹਿਗੁਰੂ ਅਕਾਲ ਪੁਰਖ ਆਪ ਹੀ ਸਭ ਜੀਵਾਂ ਦੇ ਵਿੱਚ ਵਰਤਣ ਵਾਲਾ ਹੈ। ਸੰਸਾਰ ਦੀ ਕਾਰ ਵਿਹਾਰ ਆਪੇ ਹੀ ਕਰਨ ਵਾਲਾ ਹੈ, ਉਸ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਹੈ। ਵਿਚਾਰਾਂ ਕਰਦੇ ਹਾਂ, ਅਨੇਕ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਫਤਿਹ ਦੀ ਸਾਂਝ ਕਰੀਏ, ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।